ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਮੈਨੂੰ ਆਪਣੀ ਮੁਹੱਬਤ ਬਚਾਉਣ ਲਈ ਖੁਦ ਆਪਣੇ ਹੱਥਾਂ ਨਾਲ ਇੱਕ ਸੌਂਕਣ ਲਿਆਉਣੀ ਪਵੇਗੀ। ਲੋਕ ਆਪਣੇ ਪਤੀ ਨੂੰ 7 ਪਰਦਿਆਂ ਵਿੱਚ ਪਾ ਕੇ ਰੱਖਣਾ ਚਾਹੁੰਦੇ ਨੇ ਤੇ ਮੇਰੀ ਵੀ ਕੁਝ ਅਜਿਹੀ ਹੀ ਸੋਚ ਸੀ। ਪਰ ਕੀ ਕਰਦੀ, ਜ਼ਿੰਦਗੀ ਇਸ ਮੋੜ ਤੇ ਲੈ ਆਈ ਸੀ ਕਿ ਮੈਨੂੰ ਮੇਰੇ ਪਤੀ ਲਈ ਇੱਕ ਹੋਰ ਔਰਤ ਦੀ ਜ਼ਰੂਰਤ ਸੀ। ਲੋਕਾਂ ਨੂੰ ਕਹਿੰਦੀ ਤਾਂ ਉਹ ਮੇਰਾ ਮਜ਼ਾਕ ਉਡਾਉਂਦੇ। ਸਭ ਤੋਂ ਜ਼ਿਆਦਾ ਦੁੱਖ ਮੈਨੂੰ ਆਪਣੀ ਸੱਸ ਦੇ ਚਿਹਰੇ ਤੇ ਗੁੱਸੇ ਵਾਲੀ ਮੁਸਕਰਾਹਟ ਦੇਖ ਕੇ ਆਉਂਦਾ। ਮੇਰਾ ਪਤੀ ਕਹਿੰਦਾ ਸੀ ਕਿ ਮੈਨੂੰ ਤੇਰੇ ਸਿਵਾ ਹੋਰ ਕੋਈ ਆਪਣੀ ਜ਼ਿੰਦਗੀ ਵਿੱਚ ਨਹੀਂ ਚਾਹੀਦੀ। ਦੁਨੀਆ ਇੱਧਰ ਦੀ ਉੱਧਰ ਹੋ ਜਾਵੇ, ਬਸ ਮੈਨੂੰ ਤੇਰਾ ਸਾਥ ਹੀ ਜ਼ਿੰਦਗੀ ਵਿੱਚ ਚਾਹੀਦਾ ਹੈ। ਮੈਂ ਦੂਜੇ ਵਿਆਹ ਦਾ ਝੰਜਟ ਨਹੀਂ ਪਾਉਣਾ ਚਾਹੁੰਦਾ। ਪਰ ਮੈਨੂੰ ਪਤਾ ਸੀ ਕਿ ਇਹ ਸਭ ਬਨਾਵਟੀ ਗੱਲਾਂ ਨੇ। ਆਦਮੀ ਨੂੰ ਆਪਣੀ ਸਕੀ ਔਲਾਦ ਹਰ ਹਾਲਤ ਵਿੱਚ ਚਾਹੀਦੀ ਹੈ, ਪਰ ਮੈਂ ਤਾਂ ਬਾਂਝ ਸੀ। ਇਹ ਖਬਰ ਮੈਨੂੰ ਵਿਆਹ ਦੇ 2 ਸਾਲ ਬਾਅਦ ਪਤਾ ਲੱਗੀ। ਫਿਰ ਅਜਿਹਾ ਲੱਗਿਆ ਕਿ ਮੈਂ ਤਬਾਹ ਹੋ ਗਈ। ਮੈਂ ਹੱਸਣਾ ਭੁੱਲ ਗਈ ਸੀ। ਮੈਨੂੰ ਕੁਝ ਸਮਝ ਨਹੀਂ ਆਉਂਦਾ ਸੀ ਕਿ ਕੀ ਕਰਾਂ। ਮੈਂ ਆਪਣੀ ਮੰਮੀ ਨੂੰ ਫੋਨ ਕੀਤਾ। ਉਸ ਦੀ ਆਵਾਜ਼ ਸੁਣ ਕੇ ਮੈਂ ਉੱਚੀ ਉੱਚੀ ਰੋਣ ਲੱਗ ਪਈ। ਮੰਮੀ ਬੋਲੀ, ਕੀ ਗੱਲ ਹੈ ਸੀਮਾ, ਤੂੰ ਇੰਨਾ ਰੋ ਕਿਉਂ ਰਹੀ ਹੈ? ਮੈਂ ਬੋਲੀ, ਮੰਮੀ ਮੈਨੂੰ ਤੁਹਾਡਾ ਸਰਾਪ ਲੱਗ ਗਿਆ। ਮੈਨੂੰ ਬਦਨਾਮੀ ਅਤੇ ਰਸਵਾਈ ਤੋਂ ਸਿਵਾ ਕੁਝ ਨਹੀਂ ਮਿਲ ਰਿਹਾ। ਮੰਮੀ ਬੋਲੀ, ਅਜਿਹਾ ਦਿਨ ਕਦੇ ਨਾ ਆਵੇ ਜਦੋਂ ਤੈਨੂੰ ਮਾਂ-ਬਾਪ ਦਾ ਸਰਾਪ ਲੱਗੇ। ਮੈਨੂੰ ਤੂੰ ਦੱਸ ਤਾਂ ਸਹੀ, ਹੋਇਆ ਕੀ ਆ? ਮੈਂ ਰੋ ਰੋ ਕੇ ਮੰਮੀ ਨੂੰ ਦੱਸਿਆ। ਮੰਮੀ, ਮੇਰੇ ਵਿਆਹ ਨੂੰ 2 ਸਾਲ ਹੋ ਗਏ ਪਰ ਮੇਰੇ ਕੋਈ ਬੱਚਾ ਨਹੀਂ ਹੋਇਆ। ਮੈਂ ਡਾਕਟਰ ਦੇ ਕੋਲ ਗਈ ਸੀ। ਡਾਕਟਰ ਨੇ ਮੈਨੂੰ ਸਾਫ਼-ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ, ਤੂੰ ਕਦੇ ਮਾਂ ਨਹੀਂ ਬਣ ਸਕਦੀ। ਹੁਣ ਮੈਂ ਕੀ ਕਰਾਂ, ਕਿੱਥੇ ਜਾਵਾਂ? ਮੈਨੂੰ ਪੱਕਾ ਯਕੀਨ ਹੈ ਮੇਰੀ ਇਹ ਗੱਲ ਸੁਣ ਕੇ ਮੇਰੀ ਸੱਸ ਮੇਰਾ ਤਲਾਕ ਕਰਵਾ ਕੇ ਹੀ ਰਹੂ। ਮੰਮੀ ਕੁਝ ਸੋਚਣ ਤੋਂ ਬਾਅਦ ਬੋਲੀ, ਮੇਰੀ ਬੱਚੀ ਤੂੰ ਫਿਕਰ ਨਾ ਕਰ, ਪਰਮਾਤਮਾ ਸਭ ਠੀਕ ਕਰ ਦੇਵੇਗਾ। ਪਰਮਾਤਮਾ ਜੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਕਈ ਦਰਵਾਜ਼ੇ ਖੋਲ੍ਹ ਦਿੰਦਾ ਹੈ। ਤੂੰ ਅਜਿਹਾ ਕਰ, ਆਪਣੇ ਪਤੀ ਦਾ ਦੂਜਾ ਵਿਆਹ ਆਪਣੇ ਹੱਥੀਂ ਕਰਵਾ ਦੇ। ਤੇਰਾ ਅਹਿਸਾਨਮੰਦ ਰਹੂਗਾ ਤੇ ਤੈਨੂੰ ਛੱਡਣ ਬਾਰੇ ਕਦੇ ਸੋਚੂਗਾ ਵੀ ਨਹੀਂ। ਮੰਮੀ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਨੂੰ ਲੱਗ ਰਿਹਾ ਸੀ ਕਿ ਮਾਂ ਵੀ ਮੇਰੇ ਨਾਲ ਕੋਈ ਦੁਸ਼ਮਣੀ ਨਿਭਾ ਰਹੀ ਹੈ। ਫਿਰ ਮੈਂ ਮੰਮੀ ਨੂੰ ਕਿਹਾ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ। ਇੰਨਾ ਕਹਿ ਕੇ ਮੈਂ ਫੋਨ ਬੰਦ ਕਰ ਦਿੱਤਾ। ਮੈਂ ਸਾਰਾ ਦਿਨ ਰੋਂਦੀ ਰਹੀ। ਸ਼ਾਮ ਦੇ ਸਮੇਂ ਕੁਲਵੀਰ ਘਰ ਵਾਪਸ ਆਏ। ਮੈਨੂੰ ਦੇਖ ਕੇ ਬੋਲੇ, ਕੀ ਗੱਲ ਹੈ ਸੀਮਾ, ਤੂੰ ਕਮਰੇ ਵਿੱਚ ਇੰਨਾ ਹਨੇਰਾ ਕਿਉਂ ਕੀਤਾ ਹੈ ਤੇ ਰੋ ਕਿਉਂ ਰਹੀ ਆ? ਮੰਮੀ ਨੇ ਕੁਝ ਕਿਹਾ। ਮੈਂ ਨਾਂਹ ਵਿੱਚ ਸਿਰ ਹਿਲਾ ਦਿੱਤਾ। ਮੈਂ ਰੋਂਦੀ ਹੋਈ ਬੋਲੀ, ਕੁਲਵੀਰ, ਮੇਰੀ ਤਕਦੀਰ ਵਿੱਚ ਹਨੇਰਾ ਹੀ ਲਿਖਿਆ ਹੋਇਆ ਹੈ। ਉਹ ਕਹਿਣ ਲੱਗਿਆ, ਤੂੰ ਪਾਗਲ ਹੋ ਗਈ ਹੈ, ਅਜਿਹੀਆਂ ਗੱਲਾਂ ਕਰਦੀ ਹੈ। ਮੈਂ ਤੇਰਾ ਪਤੀ ਹਾਂ, ਤੇਰੇ ਕੋਲ ਹਾਂ। ਰੱਬ ਦਾ ਦਿੱਤਾ ਹੋਇਆ ਸਭ ਕੁਝ ਸਾਡੇ ਕੋਲ ਹੈ। ਮੈਂ ਤੈਨੂੰ ਇੰਨਾ ਪਿਆਰ ਕਰਦਾ ਹੈ ਕਿ ਫਿਰ ਬੈਠੇ ਬਿਠਾਏ ਤੈਨੂੰ ਕੀ ਹੋ ਗਿਆ? ਮੈਂ ਕੁਲਵੀਰ ਨੂੰ ਕਿਹਾ, ਆਪਣੇ ਵਿਆਹ ਨੂੰ 2 ਸਾਲ ਹੋ ਗਏ ਪਰ ਆਪਣੇ ਕੋਲ ਕੋਈ ਬੱਚਾ ਨਹੀਂ। ਕੁਲਵੀਰ ਨੇ ਮੇਰਾ ਹੱਥ ਫੜ ਕੇ ਬੋਲਿਆ, ਫਿਕਰ ਨਾ ਕਰ, ਰੱਬ ਦੀ ਕਿਰਪਾ ਆਪਣੇ ਤੇ ਵੀ ਹੋਵੇਗੀ। ਮੈਂ ਕਿਹਾ, ਨਹੀਂ ਕੁਲਵੀਰ, ਮੈਂ ਅੱਜ ਡਾਕਟਰ ਕੋਲ ਚੈੱਕਅਪ ਕਰਵਾਉਣ ਲਈ ਗਈ ਸੀ। ਉਸਨੇ ਕਿਹਾ, ਤੂੰ ਬਾਂਝ ਆ, ਤੂੰ ਸਾਰੀ ਉਮਰ ਬੱਚਾ ਪੈਦਾ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਕੁਲਵੀਰ ਦੇ ਚਿਹਰੇ ਤੇ ਵੀ ਉਦਾਸੀ ਛਾ ਗਈ। ਉਹ ਵੀ ਕਾਫੀ ਟਾਈਮ ਚੁੱਪ ਰਿਹਾ। ਫਿਰ ਕੁਲਵੀਰ ਨੇ ਮੇਰਾ ਹੱਥ ਫੜਿਆ ਤੇ ਕਿਹਾ, ਕੋਈ ਗੱਲ ਨਹੀਂ, ਮੇਰੇ ਲਈ ਤੂੰ ਹੀ ਕਾਫੀ ਆ। ਮੈਂ ਤੇਰੀ ਮੁਹੱਬਤ ਦੇ ਸਹਾਰੇ ਪੂਰੀ ਜ਼ਿੰਦਗੀ ਕੱਢ ਸਕਦਾ ਹਾਂ। ਮੈਂ ਕਿਹਾ, ਕੁਲਵੀਰ, ਜੇ ਤੈਨੂੰ ਬੱਚੇ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਆਪਾਂ ਕੀ ਕਰਾਂਗੇ? ਕੁਲਵੀਰ ਮੁਸਕਰਾ ਕੇ ਬੋਲਿਆ, ਮੈਨੂੰ ਤੇਰੇ ਸਿਵਾ ਕੁਝ ਨਹੀਂ ਚਾਹੀਦਾ। ਕੁਲਵੀਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਸਕੂਨ ਪਹੁੰਚਿਆ। ਮੇਰਾ ਪਤੀ ਮੇਰੇ ਨਾਲ ਸੀ, ਫਿਰ ਮੈਨੂੰ ਕਿਹੜੀ ਗੱਲ ਦਾ ਡਰ ਸੀ? ਹੁਣ ਇਹ ਗੱਲ ਮੇਰੀ ਸੱਸ ਕੋਲ ਵੀ ਪਹੁੰਚੀ। ਉਸਦੇ ਚਿਹਰੇ ਦੀ ਮੁਸਕਰਾਹਟ ਵੀ ਖਤਮ ਹੋਣ ਲੱਗੀ। ਉਹ ਮੈਨੂੰ ਘੂਰ-ਘੂਰ ਕੇ ਦੇਖਦੀ। ਉਹ ਮੈਨੂੰ ਗੱਲਾਂ-ਗੱਲਾਂ ਵਿੱਚ ਸੁਣਾ ਵੀ ਜਾਂਦੀ। ਇੱਕ ਦਿਨ ਸਾਡੇ ਘਰ ਗੁਆਂਢਣ ਆਈ। ਉਸ ਨੂੰ ਕਹਿਣ ਲੱਗੀ, ਮੈਂ ਅਜਿਹੇ ਲੋਕ ਵੀ ਦੇਖੇ ਜਿਹੜੇ ਆਪਣੇ ਮਾਂ-ਬਾਪ ਦਾ ਦਿਲ ਤੋੜਦੇ ਆ ਤੇ ਫਿਰ ਸਾਰੀ ਉਮਰ ਤਰਸਦੇ ਰਹਿੰਦੇ ਆ। ਗੁਆਂਢਣ ਕਹਿਣ ਲੱਗੀ, ਅੱਛਾ, ਉਹ ਕਿਹੜੇ ਲੋਕ ਹੁੰਦੇ ਹਨ? ਮੈਨੂੰ ਵੀ ਦੱਸ। ਫਿਰ ਮੇਰੀ ਸੱਸ ਬੋਲੀ, ਚੱਲ ਛੱਡ, ਤੂੰ ਰਹਿਣ ਦੇ। ਤੂੰ ਐਂ ਕਰ, ਮੇਰੇ ਪੁੱਤ ਲਈ ਵਧੀਆ ਜਿਹਾ ਰਿਸ਼ਤਾ ਲੱਭ। ਮੈਂ ਆਪਣੇ ਬੇਟੇ ਦਾ ਦੂਜਾ ਵਿਆਹ ਕਰਨਾ ਹੈ। ਗੁਆਂਢਣ ਕਹਿਣ ਲੱਗੀ, ਕਿਉਂ, ਤੇਰੀ ਪਹਿਲੀ ਬਹੂ ਨੂੰ ਕੀ ਹੋਇਆ? ਤਾਂ ਮੇਰੀ ਸੱਸ ਉੱਚੀ ਉੱਚੀ ਹੱਸ ਕੇ ਬੋਲੀ, ਮੇਰੀ ਵਿਚਾਰੀ ਬਹੂ ਤਾਂ ਬਾਂਝ ਆ, ਉਹ ਬੱਚਾ ਪੈਦਾ ਨਹੀਂ ਕਰ ਸਕਦੀ। ਹੁਣ ਅਸੀਂ ਤਾਂ ਆਪਣੀ ਪੀੜ੍ਹੀ ਅੱਗੇ ਤੋਰਨੀ ਹੈ। ਮੇਰਾ ਤਾਂ ਇੱਕ ਹੀ ਬੇਟਾ ਹੈ। ਇਹ ਸਭ ਗੱਲਾਂ ਸੁਣ ਕੇ ਮੈਂ ਤਾਂ ਕੰਬ ਹੀ ਗਈ ਸੀ। ਜਦੋਂ ਕੁਲਵੀਰ ਘਰ ਆਇਆ ਤਾਂ ਮੈਂ ਰੋ ਰੋ ਕੇ ਉਸ ਨੂੰ ਸਾਰੀਆਂ ਗੱਲਾਂ ਦੱਸੀਆਂ।
ਕੁਲਵੀਰ ਨੂੰ ਬਹੁਤ ਗੁੱਸਾ ਆਇਆ। ਉਸਨੇ ਮੇਰਾ ਹੱਥ ਫੜ ਲਿਆ, ਮੈਨੂੰ ਆਪਣੇ ਨਾਲ ਆਪਣੇ ਕਮਰੇ ਵਿੱਚੋਂ ਬਾਹਰ ਲੈ ਗਿਆ ਤੇ ਮੇਰੀ ਸੱਸ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ, ਮੰਮੀ, ਮੇਰੀ ਪਹਿਲੀ ਤੇ ਆਖਰੀ ਮੁਹੱਬਤ ਇਹੀ ਹੈ। ਮੈਂ ਇਸ ਦੇ ਇਲਾਵਾ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆ ਸਕਦਾ। ਤੁਸੀਂ ਮੇਰੇ ਲਈ ਕੁੜੀ ਲੱਭਣਾ ਬੰਦ ਕਰ ਦਿਓ। ਮੇਰੀ ਸੱਸ ਨੇ ਮੱਥੇ ਤੇ ਹੱਥ ਮਾਰ ਕੇ ਕਿਹਾ, ਮੈਂ ਤਾਂ ਅੱਜ ਤੱਕ ਅਜਿਹਾ ਆਦਮੀ ਨਹੀਂ ਦੇਖਿਆ ਜੋ ਆਪਣੀ ਬਾਂਝ ਪਤਨੀ ਦਾ ਇੰਨਾ ਖਿਆਲ ਰੱਖੇ। ਸਾਡੇ ਜ਼ਮਾਨੇ ਵਿੱਚ ਤਾਂ ਜਦੋਂ ਕਿਸੇ ਨੂੰ ਪਤਾ ਲੱਗਦਾ ਸੀ ਕਿ ਉਸ ਦੀ ਪਤਨੀ ਵਿੱਚ ਕੋਈ ਨੁਕਸ ਹੈ ਤਾਂ ਉਹ ਉਦੋਂ ਹੀ ਪਤਨੀ ਨੂੰ ਘਰੋਂ ਕੱਢ ਦਿੰਦਾ ਸੀ। ਕੁਲਵੀਰ ਨੇ ਕਿਹਾ, ਮੰਮੀ, ਰੱਬ ਦੇ ਵਾਸਤੇ ਚੁੱਪ ਕਰ ਜਾ। ਮੈਂ ਬਹੁਤ ਖੁਸ਼ ਹੋ ਗਈ। ਅਜਿਹਾ ਲੱਗ ਰਿਹਾ ਸੀ ਜਿਵੇਂ ਮੈਂ 7ਵੇਂ ਅਸਮਾਨ ਤੇ ਉੱਡਦੀ ਹੋਵਾਂ, ਕਿਉਂਕਿ ਮੇਰਾ ਪਤੀ ਮੇਰੇ ਲਈ ਸਭ ਨਾਲ ਲੜ ਜਾਂਦਾ ਸੀ। ਰਾਤ ਹੋਈ ਤਾਂ ਮੈਂ ਸੋਚਿਆ ਕੁਲਵੀਰ ਨੂੰ ਚਾਹ ਬਣਾ ਕੇ ਦੇ ਦਿੰਨੀ ਆ। ਚਾਹ ਬਣਾਉਣ ਲਈ ਰਸੋਈ ਵਿੱਚ ਆਈ ਤਾਂ ਮੇਰੀ ਸੱਸ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ। ਮੈਂ ਆਪਣਾ ਨਾਮ ਸੁਣ ਕੇ ਚੌਂਕ ਗਈ। ਮੈਂ ਗੌਰ ਕੀਤਾ ਤਾਂ ਉਹ ਆਪਣੀ ਬੇਟੀ ਨਾਲ ਫੋਨ ਤੇ ਗੱਲਾਂ ਕਰ ਰਹੀ ਸੀ। ਫਿਕਰ ਨਾ ਕਰ, ਦੇਖੀ ਮੈਂ ਇਸ ਮਨਹੂਸ ਸੀਮਾ ਦਾ ਪੱਤਾ ਕਿਵੇਂ ਸਾਫ਼ ਕਰਦੀ ਆਂ। ਹਜੇ ਤਾਂ ਕੁਲਵੀਰ ਦੇ ਦਿਮਾਗ ਉੱਤੇ ਉਸ ਦੀ ਮੁਹੱਬਤ ਦਾ ਭੂਤ ਸਵਾਰ ਹੈ। ਥੋੜੇ ਦਿਨ ਹੀ ਲੱਗਣਗੇ, ਫਿਰ ਦੇਖੀ ਕਿਵੇਂ ਲਾਈਨ ਤੇ ਆਉਂਦਾ ਹੈ। ਮੈਂ ਤਾਂ ਉਸ ਦਾ ਦੂਜਾ ਵਿਆਹ ਕਰਵਾ ਕੇ ਹੀ ਰਹੂੰਗੀ। ਤੂੰ ਇੰਜ ਕਰ, ਉਸ ਦੇ ਲਈ ਕੋਈ ਕੁੜੀ ਲੱਭਣਾ ਸ਼ੁਰੂ ਕਰ ਦੇ। ਉਦੋਂ ਨੂੰ ਮੈਂ ਮਨਾ ਲਊ ਉਸ ਨੂੰ ਦੂਜੇ ਵਿਆਹ ਲਈ। ਇਹ ਸਭ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਚਾਹ ਬਣਾਉਣ ਤੋਂ ਬਿਨਾਂ ਹੀ ਆਪਣੇ ਕਮਰੇ ਵਿੱਚ ਵਾਪਸ ਮੁੜ ਆਈ। ਹਰ ਵਕਤ ਇਹੀ ਫਿਕਰ ਲੱਗਿਆ ਰਹਿੰਦਾ ਕਿ ਕੁਲਵੀਰ ਮੈਨੂੰ ਛੱਡ ਨਾ ਦੇਵੇ। ਕੁਲਵੀਰ ਜਦੋਂ ਵੀ ਕੰਮ ਤੋਂ ਵਾਪਸ ਆਉਂਦਾ ਤਾਂ ਮੈਂ ਬੜੇ ਹੀ ਗੌਰ ਨਾਲ ਉਸ ਦਾ ਚਿਹਰਾ ਦੇਖਦੀ। ਕਿਤੇ ਉਹ ਗੁੱਸੇ ਵਿੱਚ ਤਾਂ ਨਹੀਂ, ਕਿਤੇ ਉਹ ਪਰੇਸ਼ਾਨ ਤਾਂ ਨਹੀਂ। ਮੇਰੀ ਤਾਂ ਕੋਈ ਸਹੇਲੀ ਵੀ ਨਹੀਂ ਸੀ ਜਿਸ ਨਾਲ ਮੈਂ ਆਪਣਾ ਗਮ ਸਾਂਝਾ ਕਰ ਲੈਂਦੀ। ਮੈਨੂੰ ਆਪਣੀ ਮਾਂ ਦਾ ਵੀ ਖਿਆਲ ਆਉਂਦਾ, ਪਰ ਪਿਛਲੀ ਵਾਰ ਮੈਨੂੰ ਉਸਨੇ ਜੋ ਰਾਏ ਦਿੱਤੀ ਸੀ, ਇਸ ਕਰਕੇ ਮੈਂ ਉਸ ਨਾਲ ਵੀ ਗੱਲ ਕਰਨੀ ਬੰਦ ਕਰ ਦਿੱਤੀ ਸੀ। ਅੱਜ ਮੇਰਾ ਦਿਲ ਬਹੁਤ ਉਦਾਸ ਸੀ। ਮੈਂ ਆਪਣੀ ਮੰਮੀ ਨੂੰ ਫੋਨ ਲਗਾਇਆ। ਮੰਮੀ ਮੈਨੂੰ ਹੈਲੋ ਕਹਿ ਕੇ ਉੱਚੀ ਉੱਚੀ ਰੋਣ ਲੱਗ ਗਈ। ਕੀ ਗੱਲ ਹੋਈ ਹੈ? ਸੀਮਾ, ਤੂੰ ਮੈਨੂੰ ਫੋਨ ਨਹੀਂ ਕੀਤਾ। ਮੈਂ ਹਰ ਰੋਜ਼ ਤੇਰੇ ਫੋਨ ਦਾ ਇੰਤਜ਼ਾਰ ਕਰਦੀ ਸੀ। ਤੈਨੂੰ ਤਾਂ ਪਤਾ ਮੈਨੂੰ ਮੋਬਾਈਲ ਚਲਾਉਣਾ ਵੀ ਨਹੀਂ ਆਉਂਦਾ। ਮੈਨੂੰ ਤਾਂ ਇਸ ਗੱਲ ਦੀ ਖਬਰ ਹੀ ਨਹੀਂ ਸੀ ਕਿ ਮੇਰੀ ਮਾਂ ਮੇਰੇ ਬਗੈਰ ਕਿੰਨਾ ਤੜਫ ਰਹੀ ਆ। ਮੈਂ ਕਿਹਾ, ਮੰਮੀ, ਮੇਰੀ ਜ਼ਿੰਦਗੀ ਪਹਿਲਾਂ ਬਹੁਤ ਖੁਸ਼ ਸੀ, ਪਰ ਜਦੋਂ ਦਾ ਮੈਨੂੰ ਪਤਾ ਲੱਗਿਆ ਕਿ ਮੈਂ ਮਾਂ ਬਣ ਨਹੀਂ ਸਕਦੀ, ਉਦੋਂ ਦੀ ਮੇਰੇ ਸਿਰ ਉੱਤੇ ਹਰ ਵਕਤ ਤਲਵਾਰ ਲਟਕਦੀ ਰਹਿੰਦੀ ਹੈ। ਮੇਰੀ ਸੱਸ ਨੇ ਤਾਂ ਮੈਨੂੰ ਪਹਿਲਾਂ ਹੀ ਨਹੀਂ ਅਪਣਾਇਆ ਸੀ, ਹੁਣ ਤਾਂ ਉਸ ਨੂੰ ਮੌਕਾ ਮਿਲ ਗਿਆ। ਹੁਣ ਤਾਂ ਉਹ ਕਿਸੇ ਦੇ ਨਾਲ ਵੀ ਮੇਰੇ ਪਤੀ ਦਾ ਰਿਸ਼ਤੇ ਦੇ ਬਾਰੇ ਗੱਲ ਕਰਨ ਲੱਗ ਜਾਂਦੀ ਹੈ। ਪਰ ਮੰਮੀ, ਕੁਲਵੀਰ ਬਹੁਤ ਵਧੀਆ ਇਨਸਾਨ ਆ। ਉਹਨੇ ਮੇਰਾ ਬਹੁਤ ਸਾਥ ਦਿੱਤਾ। ਉਹ ਮੇਰੀ ਖਾਤਰ ਆਪਣੀ ਮੰਮੀ ਨਾਲ ਵੀ ਲੜ ਪੈਂਦਾ ਹੈ, ਪਰ ਹੈ ਤਾਂ ਉਹ ਮਰਦ ਹੀ। ਕਦੋਂ ਤੱਕ ਮੈਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖੂ? ਮੰਮੀ ਕਹਿਣ ਲੱਗੀ, ਪੁੱਤ, ਮੈਂ ਤੇਰਾ ਦਰਦ ਸਮਝਦੀ ਹਾਂ। ਤਾਂ ਹੀ ਤਾਂ ਮੈਂ ਉਸ ਦਿਨ ਤੈਨੂੰ ਇਹ ਰਾਏ ਦਿੱਤੀ ਸੀ ਕਿ ਤੂੰ ਕੁਲਵੀਰ ਦਾ ਦੂਜਾ ਵਿਆਹ ਕਰਵਾ ਦੇ। ਉਹ ਆਪਣੀ ਕਰੋੜਾਂ ਦੀ ਜਾਇਦਾਦ ਇੱਦਾਂ ਹੀ ਨਹੀਂ ਛੱਡ ਕੇ ਜਾਊਗਾ। ਸਿੱਧੀ ਜਿਹੀ ਗੱਲ ਹੈ, ਉਸ ਨੂੰ ਆਪਣਾ ਵਾਰਸ ਚਾਹੀਦਾ ਹੈ। ਅੱਜ ਨਹੀਂ ਤਾਂ ਕੱਲ ਉਹ ਦੂਜਾ ਵਿਆਹ ਕਰਵਾਉਣ ਬਾਰੇ ਜ਼ਰੂਰ ਸੋਚੇਗਾ। ਪਰ ਜੇ ਤੇਰੇ ਪਤੀ ਨੇ ਤੇਰੀ ਸੱਸ ਦੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਤਾਂ ਸੋਚ ਤੇਰਾ ਕੀ ਹੋਊ। ਮੇਰੀ ਮਾਂ ਨੇ ਕਿਹਾ, ਤੂੰ ਕਿਸੇ ਗਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦੇ। ਉਹ ਤੇਰੇ ਹੇਠਾਂ ਲੱਗ ਕੇ ਰਹੂ ਤੇ ਤੇਰੀ ਬਰਾਬਰੀ ਵੀ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰੂਗੀ। ਉਹ ਬੱਚੇ ਨੂੰ ਜਨਮ ਦੇਊਗੀ ਤੇ ਮਾਂ ਤੂੰ ਬਣ ਜਾਵੇਂਗੀ। ਫਿਰ ਮੌਕਾ ਦੇਖ ਕੇ ਤੂੰ ਉਸ ਨੂੰ ਘਰੋਂ ਕੱਢ ਦੇਵੀਂ। ਮੰਮੀ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਮੰਮੀ ਬਿਲਕੁਲ ਠੀਕ ਕਹਿ ਰਹੀ ਆ। ਮੈਂ ਮੰਮੀ ਨੂੰ ਕਿਹਾ, ਜੇ ਤੇਰੀ ਨਿਗਾਹ ਵਿੱਚ ਕੋਈ ਕੁੜੀ ਹੋਈ ਤਾਂ ਮੈਨੂੰ ਦੱਸੀ, ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹਾਂ। ਮੇਰੀ ਮੰਮੀ ਨੇ ਕਿਹਾ ਕਿ ਤੂੰ ਇਹੋ ਜਿਹੀ ਗਰੀਬ ਘਰ ਦੀ ਕੋਈ ਲਾਲਚ ਵਾਲੀ ਕੁੜੀ ਲੱਭੀ, ਜਿਹੜੀ ਬਿਲਕੁਲ ਸਿੱਧੀ ਸਾਦੀ ਹੋਵੇ, ਕੋਈ ਤੇਜ਼ ਤਰਾਰ ਨਾ ਹੋਵੇ। ਸਾਰੀ ਜ਼ਿੰਦਗੀ ਹੱਥ ਮਲਦੀ ਰਹੇਂਗੀ, ਨਹੀਂ ਤਾਂ ਫਿਰ। ਮੈਂ ਕਿਹਾ, ਮੰਮੀ ਫਿਕਰ ਨਾ ਕਰੀ, ਮੈਂ ਘਰ ਵਾਲਿਆਂ ਤੋਂ ਚੋਰੀ ਕੁਲਵੀਰ ਦੇ ਲਈ ਕੁੜੀ ਲੱਭਣ ਲੱਗੀ ਹਾਂ। ਮੇਰਾ ਦਿਲ ਖੂਨ ਦੇ ਹੰਝੂ ਰੋਂਦਾ। ਮੈਂ ਕਿਵੇਂ ਆਪਣੇ ਪਤੀ ਨੂੰ ਆਪਣੇ ਹੀ ਹੱਥੀਂ ਕਿਸੇ ਦੂਜੀ ਔਰਤ ਨੂੰ ਸੌਂਪ ਸਕਦੀ ਸੀ? ਫਿਰ ਉਹ ਪਤੀ ਜਿਸ ਦੀ ਖਾਤਰ ਮੈਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਮੈਂ ਪਿੰਡ ਦੇ ਸਰਪੰਚ ਦੀ ਇਕਲੌਤੀ ਧੀ ਸੀ। ਮੇਰਾ ਭਰਾ ਤੇ ਮੇਰਾ ਪਿਤਾ ਜੀ ਮੇਰੇ ਤੋਂ ਜਾਨ ਛਿਣਕਦੇ ਸਨ। ਪਰ ਮੈਨੂੰ ਇੱਕ ਗੱਲ ਖਲਕਦੀ ਸੀ ਕਿ ਮੇਰੇ ਪਿਤਾ ਜੀ ਨੇ ਮੇਰਾ ਰਿਸ਼ਤਾ ਆਪਣੇ ਬਚਪਨ ਦੇ ਦੋਸਤ ਦੇ ਬੇਟੇ ਨਾਲ ਤੈਅ ਕਰ ਦਿੱਤਾ। ਉਹ ਬਿਲਕੁਲ ਹੀ ਅਨਪੜ੍ਹ ਤੇ ਮੈਂ 12ਵੀਂ ਪਾਸ ਸੀ। ਉਹ ਬਹੁਤ ਹੀ ਅਜੀਬ ਤਰ੍ਹਾਂ ਦਾ ਇਨਸਾਨ ਸੀ, ਇੱਕ ਘਮੰਡੀ।
ਮੈਂ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ। ਮੈਂ ਪਾਪਾ ਨੂੰ ਕਿਹਾ, ਪਾਪਾ ਮੈਂ ਇਸ ਨਾਲ ਵਿਆਹ ਨਹੀਂ ਕਰਵਾ ਸਕਦੀ, ਇਸ ਦੇ ਵਿੱਚ 100 ਐਬ ਆ। ਪਾਪਾ ਨੇ ਮੇਰੇ ਸਿਰ ਉੱਤੇ ਹੱਥ ਰੱਖ ਕੇ ਕਿਹਾ, ਬੇਟੀ ਸਮੇਂ ਦੇ ਨਾਲ ਸਾਰਾ ਕੁਝ ਠੀਕ ਹੋ ਜਾਂਦਾ ਹੈ। ਔਰਤ ਜੇ ਵਧੀਆ ਤੇ ਵਫਾਦਾਰ ਹੋਵੇ ਤਾਂ ਬੁਰੇ ਤੋਂ ਬੁਰਾ ਆਦਮੀ ਵੀ ਠੀਕ ਕਰ ਲੈਂਦੀ ਹੈ। ਮੈਂ ਪਾਪਾ ਨੂੰ ਕਿਹਾ, ਔਰਤ ਕੋਈ ਮਰਦਾਂ ਨੂੰ ਠੀਕ ਕਰਨ ਵਾਲੀ ਮਸ਼ੀਨ ਨਹੀਂ। ਜਿਹੜਾ ਬੁਰਾ ਉਹ ਸਾਰੀ ਜ਼ਿੰਦਗੀ ਬੁਰਾ ਹੀ ਰਹਿੰਦਾ ਹੈ। ਕੋਈ ਵੀ ਔਰਤ ਮਰਦ ਨੂੰ ਠੀਕ ਨਹੀਂ ਕਰ ਸਕਦੀ। ਪਾਪਾ ਮੇਰੀ ਗੱਲ ਸੁਣੇ ਬਿਨਾਂ ਹੀ ਕਮਰੇ ਵਿੱਚੋਂ ਬਾਹਰ ਨਿਕਲ ਗਏ। ਕੁਲਵੀਰ ਮੇਰੇ ਨਾਲ ਪੜ੍ਹਦਾ ਹੁੰਦਾ ਸੀ, ਮੇਰਾ ਬਹੁਤ ਵਧੀਆ ਦੋਸਤ ਸੀ। ਮੈਂ ਆਪਣੀ ਹਰ ਗੱਲ ਉਸ ਨਾਲ ਸ਼ੇਅਰ ਕਰਦੀ। ਇਹ ਸਭ ਵੀ ਮੈਂ ਉਸ ਨੂੰ ਦੱਸ ਦਿੱਤਾ। ਮੈਂ ਬੁਰੀ ਤਰ੍ਹਾਂ ਉਸ ਕੋਲ ਰੋਣ ਲੱਗੀ। ਕੁਲਵੀਰ ਨੇ ਮੈਨੂੰ ਕਿਹਾ, ਤੂੰ ਫਿਕਰ ਨਾ ਕਰ ਸੀਮਾ, ਮੈਂ ਤੈਨੂੰ ਬਰਬਾਦ ਨਹੀਂ ਹੋਣ ਦਿੰਦਾ। ਮੈਂ ਤੈਨੂੰ ਲੈਣ ਆ ਰਿਹਾ ਹਾਂ। ਮੈਨੂੰ ਪਤਾ ਸੀ ਕਿ ਮੇਰਾ ਇਹ ਫੈਸਲੇ ਨਾਲ ਮੇਰੇ ਪਾਪਾ ਦੀ ਬਹੁਤ ਬਦਨਾਮੀ ਹੋਵੇਗੀ। ਮੈਂ ਮਜਬੂਰ ਸੀ। ਕੁਲਵੀਰ ਮੈਨੂੰ ਲੈ ਕੇ ਸ਼ਹਿਰ ਆ ਗਿਆ। ਕੁਝ ਟਾਈਮ ਬਾਅਦ ਸਾਡੇ ਦੋਵਾਂ ਵਿੱਚ ਪਿਆਰ ਹੋ ਗਿਆ ਤੇ ਮੈਂ ਉਸ ਨਾਲ ਵਿਆਹ ਕਰਵਾ ਲਿਆ। ਉਹ ਮੈਨੂੰ ਆਪਣੇ ਘਰ ਲੈ ਗਿਆ, ਪਰ ਜਦੋਂ ਉਸ ਦੀ ਮੰਮੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਈ, ਕਿਉਂਕਿ ਕੁਲਵੀਰ ਇੱਕ ਕਰੋੜਪਤੀ ਬਾਪ ਦਾ ਇਕਲੌਤਾ ਪੁੱਤ ਸੀ। ਮੇਰੀ ਸੱਸ ਘਰ ਤੋਂ ਭੱਜੀ ਹੋਈ ਕੁੜੀ ਨੂੰ ਆਪਣੀ ਬਹੂ ਬਣਾਉਣ ਲਈ ਤਿਆਰ ਨਹੀਂ ਸੀ। ਉਹ ਆਪਣੀ ਪਸੰਦ ਦੀ ਬਹੂ ਲਿਆਉਣਾ ਚਾਹੁੰਦੀ ਸੀ, ਪਰ ਕੁਲਵੀਰ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਆ। ਉਹ ਮੇਰਾ ਬਹੁਤ ਹੀ ਖਿਆਲ ਰੱਖਦਾ, ਜ਼ਿੰਦਗੀ ਦੇ ਹਰ ਮੋੜ ਉੱਤੇ ਮੇਰਾ ਸਾਥ ਦਿੰਦਾ। ਮੇਰੇ ਘਰ ਤੋਂ ਭੱਜਣ ਤੋਂ ਬਾਅਦ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ ਸੀ। ਰੱਬ ਦੀ ਕਿਰਪਾ ਨਾਲ ਮੇਰਾ ਭਰਾ ਤੇ ਮੇਰੇ ਬਾਪ ਨੇ ਮੈਨੂੰ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਸੀ। ਖੈਰ ਜ਼ਿੰਦਗੀ ਤਾਂ ਹੁਣ ਬੇਹਾਲ ਹੋਈ ਪਈ ਸੀ। ਜਦੋਂ ਦਾ ਪਤਾ ਲੱਗਿਆ ਸੀ ਕਿ ਮੈਂ ਮਾਂ ਨਹੀਂ ਬਣ ਸਕਦੀ, ਹੁਣ ਮੈਨੂੰ ਇਹ ਖਿਆਲ ਆਉਂਦੇ ਕਿ ਮੈਨੂੰ ਮੇਰੇ ਬਾਪ ਦੀ ਹਾਲ ਲੱਗੀ ਆ। 2 ਸਾਲਾਂ ਬਾਅਦ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਸੀ। ਮੰਮੀ ਨਾਲ ਗੱਲ ਕਰਕੇ ਮੇਰਾ ਦਿਲ ਹਲਕਾ ਹੋ ਗਿਆ। ਖੈਰ ਮੈਂ ਆਪਣੇ ਪਤੀ ਲਈ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ। ਮੈਂ ਸੱਸ ਦੇ ਸਾਹਮਣੇ ਹਾਰ ਨਹੀਂ ਮੰਨ ਸਕਦੀ ਸੀ। ਮੈਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਤਬਾਹ ਨਹੀਂ ਹੋਣ ਦੇਣਾ ਚਾਹੁੰਦੀ ਸੀ। ਮੈਂ ਗਲੀ ਦੀ ਇੱਕ ਔਰਤ ਨੂੰ ਕੁਝ ਪੈਸੇ ਦੇ ਕੇ ਆਪਣੇ ਨਾਲ ਮਿਲਾ ਲਿਆ। ਉਸ ਨੂੰ ਕਿਹਾ, ਮੈਨੂੰ ਕਿਸੇ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਲੱਭ ਕੇ ਦੇ ਤੇ ਇਸੇ ਗੱਲ ਦੀ ਭਿਣਕ ਕਿਸੇ ਨੂੰ ਨਹੀਂ ਲੱਗਣੀ ਚਾਹੀਦੀ। ਥੋੜੇ ਦਿਨਾਂ ਬਾਅਦ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਇੱਕ ਕੁੜੀ ਦੀ ਫੋਟੋ ਮੇਰੇ ਸਾਹਮਣੇ ਰੱਖ ਦਿੱਤੀ। ਉਹਦਾ ਹੁਸਨ ਦੇਖ ਕੇ ਮੈਂ ਦੰਗ ਰਹਿ ਗਈ। ਉਹ ਆਂਟੀ ਕਹਿਣ ਲੱਗੀ ਕਿ ਇਹ ਕੁੜੀ ਬੇਸਹਾਰਾ ਹੈ, ਮਾਂ-ਬਾਪ ਮਰ ਚੁੱਕੇ ਆ, ਚਾਚੇ ਕੋਲ ਰਹਿੰਦੀ ਹੈ। ਉਸ ਦੀ ਚਾਚੀ ਉਸ ਨੂੰ ਮਗਰੋਂ ਲਾਉਣਾ ਚਾਹੁੰਦੀ ਹੈ। ਮੈਂ ਕਿਹਾ, ਮੈਂ ਇਸ ਕੁੜੀ ਨਾਲ ਆਪਣੇ ਪਤੀ ਦਾ ਵਿਆਹ ਨਹੀਂ ਕਰ ਸਕਦੀ। ਇਸ ਦਾ ਹੁਸਨ ਦੇਖ ਕੇ ਤਾਂ ਮੇਰਾ ਪਤੀ ਇਸ ਦੇ ਇਸ਼ਕ ਵਿੱਚ ਪਾਗਲ ਹੋ ਜਾਊ। ਤੁਸੀਂ ਕੋਈ ਹੋਰ ਕੁੜੀ ਲੱਭੋ। ਆਂਟੀ ਕਹਿਣ ਲੱਗੀ, ਇਹ ਰਿਸ਼ਤਾ ਬਹੁਤ ਵਧੀਆ ਏ, ਇਸ ਨੂੰ ਆਪਣੇ ਹੱਥੋਂ ਨਾ ਜਾਣ ਦੇ। ਸਿੱਧੀ ਸਾਦੀ ਗਾਂਵ ਵਰਗੀ ਕੁੜੀ ਆ। ਮੇਰਾ ਜੀ ਤਾਂ ਨਹੀਂ ਮੰਨ ਰਿਹਾ ਸੀ, ਪਰ ਮੈਂ ਇਹ ਰਿਸ਼ਤਾ ਸਵੀਕਾਰ ਕਰ ਲਿਆ। ਮੈਂ ਤਸਵੀਰ ਲੈ ਕੇ ਘਰੇ ਪਹੁੰਚੀ ਤਾਂ ਅਜੀਬ ਜਿਹੀ ਦ੍ਰਿਸ਼ ਦੇਖਿਆ। ਮੇਰਾ ਪਤੀ ਸੋਫੇ ਉੱਤੇ ਬੈਠਾ ਸੀ, ਜਦ ਕਿ ਮੇਰੀ ਸੱਸ ਤੇ ਨਨਾਣ ਸਾਹਮਣੇ ਬੈਠੀਆਂ ਸੀ। ਮੇਰੀ ਨਨਦ ਬੋਲੀ, ਵੀਰ ਤੂੰ ਬਾਂਝ ਨਾਲ ਜ਼ਿੰਦਗੀ ਕਿਉਂ ਗੁਜ਼ਾਰਨਾ ਚਾਹੁੰਦਾ ਹੈ? ਮੇਰੀ ਮਨ ਦੂਜਾ ਵਿਆਹ ਕਰ ਲੈ। ਮੰਮੀ ਨੇ ਤੇਰੇ ਲਈ ਬਹੁਤ ਹੀ ਖੂਬਸੂਰਤ ਕੁੜੀ ਲੱਭੀ ਆ। ਕੁਲਵੀਰ ਬੋਲਿਆ, ਤੁਸੀਂ ਬਸ ਕਰੋ, ਮੈਂ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਰੱਖਿਆ ਏ। ਕਿਉਂ ਤੁਸੀਂ ਮੇਰਾ ਵਿਆਹ ਦੇ ਮਗਰ ਪਈਆਂ ਹੋ? ਸੀਮਾ ਮੇਰੀ ਪਤਨੀ ਆ ਤੇ ਹਮੇਸ਼ਾ ਮੇਰੀ ਪਤਨੀ ਹੀ ਰਹੇਗੀ, ਮਰਦੇ ਦਮ ਤੱਕ ਮੈਂ ਉਸ ਦੇ ਨਾਲ ਹੀ ਰਹੂੰਗਾ। ਕੁਲਵੀਰ ਦੀਆਂ ਗੱਲਾਂ ਸੁਣ ਕੇ ਮੇਰੇ ਵਿੱਚ ਹਿੰਮਤ ਪੈ ਗਈ। ਮੈਂ ਅੱਗੇ ਵਧੀ ਤਾਂ ਮੇਰੀ ਸੱਸ ਅਤੇ ਨਨਾਣ ਦੀ ਨਜ਼ਰ ਮੇਰੇ ਤੇ ਪਈ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਈਆਂ। ਮੈਂ ਉਹਨਾਂ ਦੇ ਪੈਰ ਛੂਹੇ ਤੇ ਅੰਦਰ ਚਲੀ ਗਈ। ਥੋੜੇ ਟਾਈਮ ਬਾਅਦ ਕੁਲਵੀਰ ਵੀ ਮੇਰੇ ਪਿੱਛੇ ਆ ਗਿਆ ਤੇ ਕਹਿਣ ਲੱਗਾ, ਸੀਮਾ ਤੂੰ ਮੰਮੀ ਤੇ ਦੀਦੀ ਦੀਆਂ ਗੱਲਾਂ ਨੂੰ ਆਪਣੇ ਮਨ ਤੇ ਨਾ ਲਾਵੀਂ, ਉਹ ਤਾਂ ਕੁਝ ਵੀ ਕਹਿੰਦੀਆਂ ਰਹਿੰਦੀਆਂ ਨੇ। ਮੈਂ ਕਿਹਾ, ਕੁਲਵੀਰ ਤੁਸੀਂ ਦੂਜਾ ਵਿਆਹ ਕਰਵਾ ਲਓ। ਕੁਲਵੀਰ ਮੈਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਤੇ ਕਹਿਣ ਲੱਗਿਆ, ਤੂੰ ਇਹ ਕੀ ਕਹਿ ਰਹੀ ਆ? ਮੈਂ ਅਜਿਹਾ ਬਿਲਕੁਲ ਨਹੀਂ ਕਰ ਸਕਦਾ। ਮੈਂ ਕਿਹਾ, ਕੁਲਵੀਰ ਮੈਂ ਤੈਨੂੰ ਦੂਜਾ ਵਿਆਹ ਕਰਨ ਦੀ ਪਰਮਿਸ਼ਨ ਦਿੰਨੀ ਆ, ਪਰ ਤੁਸੀਂ ਮੇਰੀ ਪਸੰਦ ਦੀ ਕੁੜੀ ਨਾਲ ਵਿਆਹ ਕਰ ਸਕਦੇ ਹੋ। ਕੁਲਵੀਰ ਕਹਿਣ ਲੱਗਿਆ, ਮੈਂ ਤੇਰੇ ਤੋਂ ਇਲਾਵਾ ਕਿਸੇ ਹੋਰ ਨੂੰ ਸਵੀਕਾਰ ਨਹੀਂ ਕਰ ਸਕਦਾ, ਫਿਰ ਚਾਹੇ ਉਹ ਤੇਰੀ ਪਸੰਦ ਦੀ ਹੋਵੇ ਜਾਂ ਮੰਮੀ ਦੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਕਿਹਾ, ਕੁਲਵੀਰ ਮੈਨੂੰ ਵੀ ਔਲਾਦ ਦੀ ਖੁਆਇਸ਼ ਆ, ਤੁਹਾਡਾ ਵਿਆਹ ਹੋ ਜਾਵੇਗਾ
ਤੇ ਆਪਣੇ ਘਰ ਵੀ ਬੱਚਾ ਆ ਜਾਵੇਗਾ। ਕੁਲਵੀਰ ਨੇ ਮਨਾ ਕਰ ਦਿੱਤਾ ਤੇ ਕਮਰੇ ਵਿੱਚੋਂ ਬਾਹਰ ਚਲਿਆ ਗਿਆ। ਮੈਂ ਬੈਠੀ ਰਹਿ ਗਈ। ਸੱਚ ਤਾਂ ਇਹ ਸੀ ਕਿ ਮੈਨੂੰ ਵੀ ਔਲਾਦ ਦੀ ਕੋਈ ਖੁਆਇਸ਼ ਨਹੀਂ ਸੀ। ਮੈਂ ਤਾਂ ਇਹ ਬਸ ਕੁਲਵੀਰ ਨੂੰ ਖੋਹਣ ਦੇ ਡਰੋਂ ਕਰ ਰਹੀ ਸੀ। ਫਿਰ ਕੁਝ ਦਿਨ ਮੇਰੇ ਤੇ ਕੁਲਵੀਰ ਵਿੱਚ ਨਾਰਾਜ਼ਗੀ ਰਹੀ, ਪਰ ਮੈਂ ਰੋ ਰੋ ਕੇ ਉਸ ਨੂੰ ਦੂਜਾ ਵਿਆਹ ਕਰਨ ਲਈ ਤਿਆਰ ਕਰ ਲਿਆ। ਮੈਂ ਖੁਸ਼ ਨਹੀਂ ਸੀ, ਪਰ ਮੇਰੇ ਹੱਥ ਵਿੱਚ ਹੋਰ ਕੁਝ ਨਹੀਂ ਸੀ, ਕਿਉਂਕਿ ਮਜਬੂਰੀ ਅਜਿਹੀ ਚੀਜ਼ ਹੈ ਜੋ ਇਨਸਾਨ ਨੂੰ ਅੰਦਰ ਤੋਂ ਨਿਚੋੜ ਕੇ ਰੱਖ ਦਿੰਦੀ ਆ। ਜਦੋਂ ਉਹ ਆਂਟੀ ਸਾਡੇ ਘਰ ਆਈ ਤਾਂ ਮੇਰੀ ਸੱਸ ਨੇ ਖੂਬ ਹੰਗਾਮਾ ਮਚਾਇਆ। ਉਹ ਕੁਲਵੀਰ ਨਾਲ ਲੜਨ ਲੱਗੀ, ਕਹਿੰਦੀ ਜੇ ਦੂਜਾ ਵਿਆਹ ਕਰਨਾ ਸੀ ਤਾਂ ਉਹ ਤਾਂ ਮੇਰੀ ਮਰਜ਼ੀ ਨਾਲ ਕਰ ਲੈਂਦਾ। ਸੱਸ ਨੂੰ ਰੌਲਾ ਪਾਉਂਦੀ ਦੇਖ ਕੇ ਮੈਨੂੰ ਥੋੜਾ ਸਕੂਨ ਮਿਲ ਰਿਹਾ ਸੀ। ਮੈਂ ਆਪਣੇ ਪਤੀ ਦਾ ਵਿਆਹ ਉਸ ਕੁੜੀ ਨਾਲ ਕਰ ਦਿੱਤਾ, ਪਰ ਮੇਰੀਆਂ ਅੱਖਾਂ ਵਿੱਚ ਪਾਣੀ ਸੀ। ਦੂਜੇ ਦਿਨ ਮੈਂ ਜਲਦੀ ਉੱਠ ਖੜੀ ਹੋਈ, ਕਿਉਂਕਿ ਮੈਂ ਕੁਲਵੀਰ ਨੂੰ ਮਿਲਣਾ ਸੀ, ਪਰ ਉਹ ਤਾਂ ਸਵੇਰ ਦੇ 11 ਵਜੇ ਤੱਕ ਆਪਣੇ ਕਮਰੇ ਵਿੱਚੋਂ ਹੀ ਨਹੀਂ ਨਿਕਲਿਆ। ਮੈਂ ਆਪਣੀ ਸੌਂਕਣ ਸ਼ੀਲਾ ਨੂੰ ਪੁੱਛਿਆ ਤਾਂ ਕਹਿਣ ਲੱਗੀ, ਕੁਲਵੀਰ ਤਾਂ ਸੌਂ ਰਹੇ ਆ। ਮੈਂ ਉਸ ਨੂੰ ਘੂਰ ਕੇ ਕਿਹਾ ਕਿ ਤੂੰ ਉਸ ਨੂੰ ਜਗਾਇਆ ਕਿਉਂ ਨਹੀਂ। ਸ਼ੀਲਾ ਰੋਣ ਲੱਗ ਪਈ ਤੇ ਬੋਲੀ, ਕੁਲਵੀਰ ਨੇ ਮੈਨੂੰ ਕਿਹਾ ਕਿ ਮੈਂ ਇਹ ਵਿਆਹ ਸਿਰਫ ਤੁਹਾਡੀ ਰਜ਼ਾਮੰਦੀ ਦੀ ਨਾਲ ਕੀਤਾ ਹੈ। ਹੁਣ ਮੈਂ ਕਿਸ ਤਰ੍ਹਾਂ ਉਸ ਉੱਤੇ ਆਪਣਾ ਹੱਕ ਜਤਾਵਾਂ। ਮੇਰੇ ਵਿੱਚ ਹਿੰਮਤ ਨਹੀਂ ਹੋਈ ਉਸ ਨੂੰ ਜਗਾਉਣ ਦੀ। ਜੇ ਮੈਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਤਾਂ ਮੈਂ ਕਿੱਥੇ ਜਾਵਾਂਗੀ। ਚਾਚੇ ਦੇ ਘਰ ਜਾਣ ਦਾ ਸੋਚ ਵੀ ਨਹੀਂ ਸਕਦੀ। ਮੈਂ ਦਿਲ ਹੀ ਦਿਲ ਵਿੱਚ ਉਹ ਰਾਧਾ ਆਂਟੀ ਨੂੰ ਦੁਆਵਾਂ ਦਿੰਦੀ। ਉਸਨੇ ਸੱਚਮੁੱਚ ਹੀ ਇੱਕ ਮਜਬੂਰ ਕੁੜੀ ਨੂੰ ਲੱਭ ਕੇ ਦਿੱਤਾ ਸੀ। ਮੈਂ ਸੋਚਿਆ ਕੁਲਵੀਰ ਨਾਰਾਜ਼ ਹੋਵੇਗਾ, ਜਦੋਂ ਉਹ ਠੀਕ ਹੋਵੇ ਕਮਰੇ ਵਿੱਚੋਂ ਬਾਹਰ ਨਿਕਲ ਆਵੇਗਾ, ਪਰ ਇਹ ਮੇਰਾ ਬੇਕਾਰ ਦਾ ਖਿਆਲ ਸੀ। ਕੁਲਵੀਰ ਦੇ ਵਿਆਹ ਨੂੰ 5 ਦਿਨ ਹੋ ਚੁੱਕੇ ਸੀ, ਪਰ ਉਹ ਅਜੇ ਤੱਕ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲਿਆ। ਮੈਨੂੰ ਹੁਣ ਅਜੀਬ ਜਿਹੇ ਖਿਆਲ ਸਤਾਉਣ ਲੱਗੇ। ਮੈਂ ਕੁਲਵੀਰ ਦੇ ਕਮਰੇ ਵਿੱਚ ਚਲੀ ਗਈ। ਕੁਲਵੀਰ ਆਪਣੇ ਮੋਬਾਈਲ ਉੱਤੇ ਬਿਜੀ ਸੀ। ਕਦਮਾਂ ਦੀ ਆਹਟ ਸੁਣ ਕੇ ਕੁਲਵੀਰ ਬੋਲਿਆ, ਆ ਗਈ ਮੇਰੀ ਸ਼ੀਲਾ। ਇਹ ਸ਼ਬਦ ਹਥੌੜਿਆਂ ਦੀ ਤਰ੍ਹਾਂ ਮੇਰੇ ਕੰਨ ਵਿੱਚ ਵੱਜੇ। ਮੈਂ ਵਾਪਸ ਮੁੜ ਆਈ। ਮੇਰੇ ਅੱਖਾਂ ਵਿੱਚੋਂ ਪਾਣੀ ਵਗਣ ਲੱਗਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਮੈਂ ਆਪਣੀ ਸੱਸ ਦੇ ਕਮਰੇ ਵੱਲ ਜਾਣ ਲੱਗੀ। ਮੇਰੀ ਨਨਾਣ ਵੀ ਆਈ ਹੋਈ ਸੀ। ਮੇਰੀ ਸੱਸ ਆਪਣੀ ਧੀ ਨੂੰ ਕਹਿ ਰਹੀ ਸੀ, ਕਿਉਂ ਮੰਨਦੀ ਆ ਮੇਰੇ ਖੇਲ ਨੂੰ। ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ। ਸੀਮਾ ਵਿਚਾਰੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਸਨੇ ਜਿਸ ਕੁੜੀ ਨਾਲ ਉਸਦਾ ਵਿਆਹ ਕੀਤਾ ਏ ਉਹ ਮੇਰੀ ਹੀ ਪਸੰਦ ਸੀ, ਤੇ ਕੁਲਵੀਰ ਤਾਂ ਪਹਿਲੇ ਦਿਨ ਤੋਂ ਹੀ ਉਸ ਉੱਤੇ ਫਿਦਾ ਸੀ। ਇਹ ਸਭ ਉਸ ਰਾਧਾ ਦੀ ਮਦਦ ਨਾਲ ਹੋਇਆ। ਇਹ ਸਭ ਸੁਣ ਕੇ ਮੈਂ ਥਰ-ਥਰ ਕੰਬਣ ਲੱਗੀ। ਮੈਂ ਭੱਜ ਕੇ ਕੁਲਵੀਰ ਦੇ ਕਮਰੇ ਵੱਲ ਗਈ। ਅੱਗੋਂ ਗੇਟ ਬੰਦ ਸੀ। ਉਸ ਨੂੰ ਮੈਂ ਕਹਿੰਦੇ ਸੁਣਿਆ ਕਿ ਮੈਂ ਬਹੁਤ ਗਲਤ ਫੈਸਲਾ ਕਰ ਲਿਆ ਸੀ ਸੀਮਾ ਨੂੰ ਭਜਾ ਕੇ ਲਿਆਉਣ ਦਾ। ਵਿਆਹ ਦੇ ਕੁਝ ਸਾਲਾਂ ਬਾਅਦ ਹੀ ਮੈਨੂੰ ਇਹ ਗਲਤੀ ਦਾ ਅਹਿਸਾਸ ਹੋਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਸੀਮਾ ਦੇ ਭਰਾਵਾਂ ਨੂੰ ਪਤਾ ਸੀ ਕਿ ਇਹ ਮੇਰੇ ਨਾਲ ਆਈ ਹੈ। ਉਹ ਮੈਨੂੰ ਫੋਨ ਤੇ ਹਰ ਰੋਜ਼ ਧਮਕਾਉਂਦੇ ਕਿ ਜੇ ਤੂੰ ਮੇਰੀ ਭੈਣ ਦਾ ਖਿਆਲ ਨਾ ਰੱਖਿਆ ਤਾਂ ਉਸ ਦਾ ਅੰਜਾਮ ਬਹੁਤ ਬੁਰਾ ਹੋਵੇਗਾ। ਮੈਂ ਉਹਨਾਂ ਵਿੱਚ ਰਹਿ ਕੇ ਆਇਆ ਸੀ। ਮੈਨੂੰ ਪਤਾ ਸੀ ਉਹ ਕਿੰਨੇ ਖਤਰਨਾਕ ਹੈ, ਇਸ ਲਈ ਮੈਂ ਸੀਮਾ ਨੂੰ ਛੱਡਣ ਦਾ ਸੋਚ ਵੀ ਨਹੀਂ ਸਕਦਾ ਸੀ। ਫਿਰ ਮੰਮੀ ਨੇ ਮੈਨੂੰ ਆਪਣੇ ਪਲਾਨ ਵਿੱਚ ਸ਼ਾਮਿਲ ਕਰ ਲਿਆ। ਅਸੀਂ ਸਾਰਿਆਂ ਨੇ ਮਿਲ ਕੇ ਤੈਨੂੰ ਪਸੰਦ ਕੀਤਾ। ਰਾਧਾ ਆਂਟੀ ਦੇ ਜ਼ਰੀਏ ਸੀਮਾ ਨੂੰ ਬੇਵਕੂਫ ਬਣਾਇਆ। ਇਹ ਸਭ ਸੁਣ ਕੇ ਮੈਂ ਪਿੱਛੇ ਮੁੜ ਆਈ ਤੇ ਘਰੋਂ ਬਾਹਰ ਨਿਕਲ ਗਈ। ਹੁਣ ਮੈਂ ਇੱਕ ਅਨਾਥ ਆਸ਼ਰਮ ਵਿੱਚ ਰਹਿੰਦੀ ਹਾਂ। ਮੈਂ ਆਪਣੀ ਰਹਿੰਦੀ ਜ਼ਿੰਦਗੀ ਅਨਾਥ ਆਸ਼ਰਮ ਦੇ ਨਾਂ ਕਰ ਦਿੱਤੀ ਹੈ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ।